ਘਰ ਵਾਲੀ ਨੇ ਦੱਸਿਆ, ਕਹਿੰਦੀ ਅੱਜ ਜੰਗ ਸਿੰਘ ਆਇਆ ਸੀ, ਬਰਫੀ ਦਾ ਡੱਬਾ ਦੇ ਕੇ ਗਿਆ। ਜੰਗ ਸਿੰਘ ਬਰਫੀ ਦਾ ਡੱਬਾ? ਕਮਾਲ ਕਰਤੀ, ਕੀ ਗੱਲ ਹੋ ਗਈ? ਦੱਸਿਆ ਨਹੀਂ ਕੁਛ ਉਹਨੇ। ਮੈਨੂੰ ਜਾਨੀ ਯਕੀਨ ਜਿਹਾ ਨਾ ਹੋਇਆ ਵੀ ਯਾਰ ਜੰਗ ਸਿੰਘ ਬਰਫੀ ਦਾ ਡੱਬਾ ਦੇ ਕੇ ਗਿਆ। ਬੋਲੇ ਨਹੀਂ ਕੁਛ ਕਹਿੰਦਾ? ਨਹੀਂ ਨਹੀਂ, ਬਸ ਘਰ ਲਈ ਕਹਿੰਦੀ ਵੀ ਉਹ ਕਹਿੰਦਾ ਸੀ ਕੱਦੂ ਚੜ੍ਹਦੀ ਕਲਾ ਚ। ਹੁਣ ਠੀਕ ਹੈ, ਮੈਂ ਤਿੰਨ ਪੋਤੇ ਜਿਹੜੇ ਅਗਲੀਆਂ ਜਮਾਤਾਂ ਚੜ੍ਹ ਗਏ। ਅੱਜ ਨਤੀਜਾ ਸੁਣਿਆ ਸਕੂਲ ਵਾਲਿਆਂ ਨੇ। ਮੈਂ ਕਿਹਾ ਚੱਲ ਕੱਦੂ ਨੂੰ ਮਿਲ ਕੇ ਆਉਨੇ ਆ। ਉਹ ਮੈਨੂੰ ਕੱਦੂ ਕਹਿ ਕੇ ਬੁਲਾਉਂਦਾ ਹੁੰਦਾ ਸੀ। ਫਿਰ ਘਰ ਵਾਲੀ ਹੱਸ ਕੇ ਮੈਨੂੰ ਪੁੱਛਣ ਲੱਗੀ, ਕਿਉਂ ਜੀ? ਮੈਂ ਤਾਂ ਸਿਰਫ ਇਹ ਸੋਚਦੇ ਵਿੱਚ ਸੀ ਵੀ ਯਾਰ ਜੰਗ ਸਿੰਘ ਕਿੰਨੇ ਚਿਰ ਬਾਅਦ ਜਦੋਂ ਮੈਨੂੰ ਫਿਰ ਦੁਬਾਰੇ ਕੱਦੂ ਕਹਿ ਕੇ ਬੁਲਾਇਆ। ਮੈਂ ਉਹਦੀ ਸੋਚਾਂ 'ਚ ਜੁੜਿਆ ਸੀ। ਉਹਨੇ ਮੈਨੂੰ ਫਿਰ ਤਾਂ ਸੁਣਦੇ ਨਹੀਂ ਤੁਸੀਂ, ਉਹ ਤੁਹਾਨੂੰ ਕੱਦੂ ਕਾਹਤੋਂ ਕਹਿੰਦਾ ਹੁੰਦਾ? ਮੈਂ ਥੋੜਾ ਜਿਹਾ ਹੱਸਿਆ, ਮੁਸਕਰਾਇਆ। ਜਦੋਂ ਦਾ ਚਿੱਤ ਠੀਕ ਹੋਵੇ ਨਾ, ਉਹ ਚੜ੍ਹਦੀ ਕਲਾ 'ਚ ਹੁੰਦਾ, ਫਿਰ ਉਹ ਮੈਨੂੰ ਕੱਦੂ ਕਹਿ ਕੇ ਬੁਲਾਉਂਦਾ। ਨਹੀਂ ਫਿਰ ਭੱਠਲ ਸਾਹਿਬ ਜਾਂ ਸਰਦਾਰ ਗਿਆਨ ਸਿੰਘ ਜੀ ਕਿਉਂ ਕਹਿੰਦਾ? ਹਾਂਜੀ। ਚਿੱਟੀ ਜੀਪ ਆ ਗੇਟ ਮੂਹਰੇ ਆ ਕੇ ਖੜ ਗਈ। ਮੈਂ ਕਿਹਾ ਪਤਾ ਨਹੀਂ ਕੌਣ ਆ। ਹਾਕ ਮਾਰੀ, ਕਹਿੰਦਾ ਭੱਠਲ ਸਾਹਿਬ। ਮੈਂ ਦੇਖਣ ਗਈ ਤਾਂ ਸਤਿ ਸ਼੍ਰੀ ਅਕਾਲ ਬੁਲਾ ਕੇ ਕਹਿੰਦਾ ਆਹ ਲੈ ਫੜ ਭਰਜਾਈ ਡੱਬਾ। ਫਿਰ ਤੁਹਾਨੂੰ ਕੱਦੂ ਕੱਦੂ ਆ ਕੇ ਪੁੱਛਣ ਲੱਗਾ, ਭਾਬੀ ਕੱਦੂ ਕਿੱਥੇ ਆ? ਤੁਹਾਡਾ ਸਿੱਧਾ ਨਾਂ ਕਾਹਤੋਂ ਨਹੀਂ ਲੈਂਦਾ ਤੁਹਾਡਾ? ਤੈਨੂੰ ਕੀ ਪਤਾ ਸਿੱਧਾ ਨਾਂ? ਜਦੋਂ ਅਸੀਂ ਕਾਲਜ ਪੜ੍ਹਦੇ ਹੁੰਦੇ ਸੀ ਨਾ, ਮੇਰਾ ਛੋਟਾ ਕੱਦ ਹੋਣ ਕਰਕੇ ਹੋਸਟਲ ਦੇ ਮੁੰਡਿਆਂ ਨੇ ਮੇਰਾ ਨਾਂ ਕੱਦੂ ਪਾਤਾ। ਉੱਥੇ ਆਮ ਹੀ ਪਾ ਦਿੰਦੇ ਹੁੰਦੇ ਸੀਗੇ। ਪਹਿਲਾਂ ਤਾਂ ਬੜੀ ਖਿੱਚ ਚੜ੍ਹਨੀ ਮੈਨੂੰ ਵੀ ਯਾਰ ਆ ਮੈਨੂੰ ਹੋਰ ਹੀ ਕੱਦੂ ਕੱਦੂ ਜਿਹਾ ਕਹਿ ਕੇ ਬੁਲਾਈ ਜਾਂਦੇ ਨੇ। ਪਰ ਫਿਰ ਮੈਨੂੰ ਚੰਗਾ ਲੱਗਣ ਲੱਗ ਗਿਆ। ਮੈਨੂੰ ਕੱਦੂ ਉਹੀ ਕਹਿੰਦਾ ਹੁੰਦਾ ਸੀਗਾ ਜਿਹੜਾ ਮੇਰੇ ਬਹੁਤ ਨੇੜੇ ਹੁੰਦਾ ਸੀਗਾ। ਹੁਣ ਜਦੋਂ ਕੋਈ ਮੈਨੂੰ ਕੱਦੂ ਕਹਿ ਕੇ ਬੁਲਾਉਂਦਾ, ਮੈਨੂੰ ਮਾਨਸਿਕ ਤਸੱਲੀ ਜਿਹੀ ਮਿਲ ਜਾਂਦੀ ਹੈ ਕਿ ਯਾਰ ਇਹ ਮੇਰੇ ਦਿਲ ਦੇ ਨੇੜੇ ਆ। ਮੈਂ ਸਮਝਦਾ ਵੀ ਕੋਈ ਆਪਣਾ ਹੀ ਹੋਊ, ਨਹੀਂ ਤਾਂ ਸਰਦਾਰ ਗਿਆਨ ਸਿੰਘ ਜੀ ਜਾਂ ਫਿਰ ਭੱਠਲ ਸਾਹਿਬ ਕਹਿ ਕੇ ਬੁਲਾਉਣ ਵਾਲੇ ਤਾਂ ਬਹੁਤ ਮਿਲ ਜਾਂਦੇ ਆ। ਕੱਦੂ ਨਾਂ ਸੁਣਨ ਖਾਤਰ ਤਾਂ ਮੈਂ ਤਰਸਦਾ ਰਹਿਣਾ ਕਿ ਮੈਨੂੰ ਕੋਈ ਕੱਦੂ ਕਹਿਣ ਵਾਲਾ ਹੋਵੇ ਤਾਂ ਸਹੀ, ਕੋਈ ਬੁਲਾਵੇ ਤਾਂ ਸਹੀ। ਪਰ ਤੂੰ ਉਹਦਾ ਚਿਹਰਾ ਦੇਖਿਆ ਜੰਗ ਸਿੰਘ ਦਾ? ਜਾਣੀ ਤੈਨੂੰ ਸੱਚੀ ਐਂ ਲੱਗਦਾ ਸੀ ਵੀ ਅੰਦਰੋਂ ਖੁਸ਼ ਆ ਉਹ? ਹਾਂ, ਮੈਨੂੰ ਤਾਂ ਖੁਸ਼ ਲੱਗਦਾ ਤਾਂ ਹੀ ਡੱਬਾ ਦੇ ਕੇ ਗਿਆ ਅਗਲਾ। ਤੂੰ ਉਹਨੂੰ ਪੁੱਛਿਆ ਵੀ ਕਿਵੇਂ ਹੋ ਤੁਸੀਂ? ਹਾਂ ਮੈਂ ਪੁੱਛਿਆ ਸੀ, ਕਹਿੰਦਾ ਮੈਂ ਚੜ੍ਹਦੀ ਕਲਾ 'ਚ ਹਾਂ। ਜੰਗ ਸਿੰਘ ਨੇ ਫਿਰ ਕਿਹਾ ਕਿ ਚੜ੍ਹਦੀ ਕਲਾ 'ਚ ਮੈਨੂੰ ਕੱਦੂ ਕਹਿ ਕੇ ਬੁਲਾਇਆ। ਇਹਦਾ ਮਤਲਬ ਹੁਣ ਜੰਗ ਸਿੰਘ ਦਾ ਚਿੱਤ ਠੀਕ ਹੈ। ਨਾ ਗੱਲ ਸੁਣੋ ਜੀ। ਹਾਂ, ਤੁਸੀਂ ਕਹਿੰਦੇ ਹੋ ਜਦੋਂ ਤੁਹਾਨੂੰ ਕੱਦੂ ਕਹਿ ਕੇ ਬੁਲਾਉਂਦਾ ਤੁਹਾਨੂੰ ਇਉਂ ਲੱਗਦਾ ਵੀ ਇਹ ਜਿਵੇਂ ਮੇਰੇ ਨੇੜੇ ਆ, ਮੇਰੇ ਅੰਦਰੋਂ ਮੇਰੀ ਆਵਾਜ਼ ਆ ਰਹੀ ਆ, ਮੇਰਾ ਬਹੁਤ ਜ਼ਿਆਦਾ ਪਿਆਰਾ ਵਾ। ਹਾਂ, ਉਹ ਦੂਜਾ ਬੰਦਾ ਤਾਂ ਫਿਰ ਗਿਆਨ ਸਿੰਘ ਕਹਿ ਕੇ ਬੁਲਾਉਂਦਾ ਜਾਂ ਭੱਠਲ ਸਾਹਿਬ ਕਹਿ ਕੇ। ਨਾ ਸੁਣਦੇ ਹੋ ਜੀ, ਮੈਂ ਵੀ ਤੁਹਾਨੂੰ ਕੱਦੂ ਕੱਦੂ ਕਹਿ ਕੇ ਬੁਲਾ ਲਿਆ ਕਰਾਂ। ਚੱਲੀ ਨਾ ਹੋਵੇ ਤਾਂ ਲੈ, ਮੈਂ ਵੀ ਤਾਂ ਤੁਹਾਡੀ ਆਪਣੀ ਹੀ ਹਾਂ, ਜਾਂ ਤਾਂ ਫਿਰ ਕਹਿ ਦੋ ਨਹੀਂ ਹੈ। ਉਹ ਜਾਣਦੇ ਕਰ ਯਾਰ, ਤੂੰ ਤਾਂ ਕੱਦੂ ਕਹਿ ਲਿਆ ਕਰ, ਪਰ ਤੇਰੀ ਰੀਸ ਨੂੰ ਆ ਜਵਾਕ ਨਾ ਕਿਤੇ ਕੱਦੂ ਕੱਦੂ ਕਹਿਣ ਲੱਗ ਜਾ ਕਰ। ਬੜਾ ਔਖਾ ਯਾਰ ਰਹਿਣ ਦਿਆ ਕਰ ਤੂੰ। ਹੁਣ ਫਿਰ ਤਾਂ ਜਮਾਂ ਹੀ ਕੱਦੂ ਕਾਸ ਹੋ ਜੂ ਮੇਰਾ ਜੇਕਰ ਜਵਾਕ ਵੀ ਕੱਦੂ ਕੱਦੂ ਕਹਿਣ ਲੱਗ ਗਏ। ਫਿਰ ਜੰਗ ਸਿੰਘ ਬਾਰੇ ਮੈਂ ਦੱਸਿਆ ਹੋਰ ਵੀ ਇਹ ਟੀਚਰ ਹੀ ਬਹੁਤ ਸੀਗਾ, ਬੜੀਆਂ ਟੀਚਰਾਂ ਕਰਿਆ ਕਰੇ, ਬੜਾ ਮਜ਼ਾਕੀਆ ਸੁਭਾਅ ਦਾ ਮੁੱਢ ਤੋਂ ਹੀ। ਹੁਣ ਵੀ ਸੁਭਾਅ ਦਾ ਪਰ ਉਹੀ ਹੈ, ਵਿਚਾਰਾ ਦੁੱਖਾਂ ਨੇ ਮਾਰ ਲਿਆ। ਹੋਸਟਲ ਦੇ ਕਮਰੇ 'ਚ ਮੇਰੇ ਨਾਲ ਦਾ ਕਮਰਾ ਇਹਦਾ ਸੀਗਾ। ਜਦੋਂ ਇਹਦਾ ਪੜ੍ਹਾਈ 'ਚ ਮਨ ਮੁਨ ਅੱਕ ਜਾ ਕਰੇ ਤਾਂ ਇਹਨੇ ਭੱਜ ਕੇ ਆ ਕੇ ਮੇਰੇ ਵਾਲੇ ਕਮਰੇ ਦਾ ਦਰਵਾਜ਼ਾ ਖੜਕਾ ਦਿਆ ਕਰਨਾ। ਮੈਂ ਦਰਵਾਜ਼ਾ ਖੋਲ੍ਹਣਾ ਤਾਂ ਇਹਨੇ ਉੱਪਰ ਚੜ੍ਹ ਕੇ ਮੇਜ਼ ਤੇ ਨਾਲ ਹੀ ਕਿਹਾ ਕਰਨਾ, ਕਿਉਂਕਿ ਆਪਦਾ ਮਨ ਹੌਲਾ ਕਰਨਾ ਹੁੰਦਾ ਸੀ ਇਹਨੇ ਤਾਂ, ਕਿਉਂਕਿ ਪੜ੍ਹਦਾ ਪੜ੍ਹਦਾ ਥੱਕ ਜਾਂਦਾ ਸੀਗਾ। ਫਿਰ ਇੰਟੈਲੀਜੈਂਟ ਬਹੁਤ ਸੀ, ਬੜਾ ਬੇਹੋਸ਼ਿਆਰ। ਤੇ ਇਹਨੇ ਆ ਕੇ ਮੇਰੇ ਵਾਲੇ ਕਮਰੇ 'ਚ ਖੜ੍ਹ ਕੇ ਨਾਲ ਦੀ ਨਾਲ ਮੇਜ਼ ਤੇ ਚੜ੍ਹ ਕੇ ਸਰਦਾਰ ਗਿਆਨ ਸਿੰਘ ਭੱਠਲ ਕੱਦੂ ਟੈਂ ਟੈਂ ਫਿਸ ਇਉਂ ਕਹਿ ਕੇ ਇਹਨੇ ਭਾਜਿਆ ਕਰਨਾ। ਮੈਨੂੰ ਕਦੇ ਗੁੱਸਾ ਆਇਆ ਕਰਨਾ, ਕਦੇ ਤੇ ਹਾਸਾ ਆਇਆ ਕਰਨਾ, ਕਦੇ ਤਰਸ ਆਇਆ ਕਰਨਾ ਵੀ ਜਾ ਯਾਰ ਕਿਹੜੇ ਚੱਕਰਾਂ 'ਚ ਤੁਰਿਆ ਫਿਰਦਾ ਤੂੰ, ਆਪਣੀ ਨੀਂਦ ਭਜਾਉਣ ਦੀ ਖਾਤਰ ਮੈਨੂੰ ਤੰਗ ਕਰਨਾ ਗਾ। ਜਦੋਂ ਕਦੇ ਕਿਸੇ ਮੁੰਡੇ ਨਾਲ ਮੇਰੀ ਜਾਣਕਾਰੀ ਕਰਾਉਂਦਾ, ਚੰਗੇ ਰਾਹ 'ਚ ਹੁੰਦਾ ਤਾਂ ਇਹ ਆਖਦਾ ਇਹ ਗਿਆਨ ਸਿੰਘ ਆ। ਜੇ ਮਜ਼ਾਕੀ ਰਾਹ 'ਚ ਆਖਦਾ ਤਾਂ ਫਿਰ ਇਹ ਆਖਦਾ ਇਹਦਾ ਪੂਰਾ ਨਾਮ ਆ ਸਰਦਾਰ ਗਿਆਨ ਸਿੰਘ ਭੱਠਲ ਉਰਫ
ਕੱਦੂ ਫਿਸ ਟੈਂ 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 ਫਿਸ। ਹਾਂਜੀ, ਹੁਣ ਤਾਂ ਜਦੋਂ ਦਾ ਮੁੰਡਾ ਮਰਿਆ ਉਹ ਗੱਲ ਰਹੀ ਨਹੀਂ ਇਹਦੇ 'ਚ, ਦੁੱਖ ਡਾਢਾ ਪੈ ਗਿਆ। ਪਰ ਬਰਫੀ ਦਾ ਡੱਬਾ ਆਖੇ ਮੁੰਡਾ ਪਾਸ ਹੋ ਗਿਆ ਯਾਰ, ਸੱਚੀ ਕੱਦੂ ਆਖਿਆ ਸੀ ਉਹਨੇ ਮੈਨੂੰ? ਹਾਂ, ਉਹਨੇ 2-3 ਵਾਰ ਕੱਦੂ ਆਖਿਆ ਤੁਹਾਨੂੰ। ਫਿਰ ਤਾਂ ਕੋਈ ਗੱਲ ਆ, ਜੇ ਉਹਨੇ ਦੁਬਾਰੇ ਮੈਨੂੰ ਕੱਦੂ ਆਖਿਆ, ਬਰਫੀ ਦਾ ਡੱਬਾ ਲੈ ਕੇ ਆਇਆ, ਫਿਰ ਜ਼ਰੂਰ ਕੋਈ ਗੱਲ ਆ, ਕਿਉਂਕਿ ਜਦੋਂ ਦਾ ਮੁੰਡਾ ਗਿਆ ਜਹਾਨੋਂ ਤੇ ਉਹਨੂੰ ਤਾਂ ਕਦੇ ਹੱਸ ਕੇ ਦੇਖਿਆ ਹੀ ਨਹੀਂ ਸੀ। ਮੈਨੂੰ ਬੇਹੱਦ ਖੁਸ਼ੀ ਹੋਈ ਕਿ ਵੀਰ ਇੱਕ ਵਾਰ ਚੜ੍ਹਦੀ ਕਲਾ 'ਚ ਆ ਮੇਰਾ ਯਾਰ। ਪਰ ਇਹ ਤਬਦੀਲੀ ਯਾਰ ਆਈ ਕਿਵੇਂ, ਉਹ ਬਦਲਿਆ ਕਿਵੇਂ? ਸੱਚੀ ਗੱਲ ਤਾਂ ਇਹ ਆ ਕਿ ਮੈਂ ਤਾਂ ਹੁਣ ਉਹ ਤੋਂ ਕਤਰਾਉਣ ਲੱਗ ਗਿਆ ਸੀਗਾ। ਉਹ ਸਮਝਦਾ ਹੀ ਨਹੀਂ ਸੀ। ਕਿੰਨੀ ਵਾਰ ਸਮਝਾਇਆ ਵੀ ਕਿਸੇ ਦੇ ਤੁਰਕਿਆਂ ਦੇ ਨਾਲ ਨਹੀਂ ਜਾਇਆ ਜਾਂਦਾ, ਪਰ ਉਹ ਇੱਧਰ ਉੱਧਰ ਦੀਆਂ ਗੱਲਾਂ ਕਰਨ ਬਾਅਦ ਅਖੀਰ ਕੁੱਕੜ ਦੀ ਗੱਲ ਲੈ ਕੇ ਬਹਿ ਜਾਂਦਾ ਸੀਗਾ। ਫਿਰ ਰੋਣ ਲੱਗ ਜਾ ਕਰੇ, ਅੱਖਾਂ 'ਚ ਪਾਣੀ, ਆਵਾਜ਼ ਭਿੱਜੀ ਹੋਈ। ਮੇਰਾ ਵੀ ਦਿਲ ਫਿਰ ਹੌਲਾ ਹੋ ਜਾਂਦਾ ਸੀਗਾ। ਕੋਈ ਗੱਲ ਹੀ ਨਾ ਉੜਿਆ ਕਰੇ ਵੀ ਬੰਦੇ ਨੂੰ ਯਾਰ ਸਮਝਾਇਆ ਜਾਵੇ ਤਾਂ ਕਿਵੇਂ ਸਮਝਾਇਆ ਜਾਵੇ। ਮੈਂ ਉਹਨੂੰ ਆਖਣਾ ਯਾਰ ਜੰਗ, ਹੁਣ ਸਬਰ ਕਰ, ਮਨ ਨੂੰ ਸਮਝਾ। ਕੁਦਰਤ ਨੇ ਜਿਹੜਾ ਕਰਤਾ ਉਹ ਕਰਤਾ, ਜ਼ੋਰ ਥੋੜ੍ਹਾ ਕੋਈ ਉਹਦੇ ਅੱਗੇ। ਯਾਰ ਕਿਵੇਂ ਸਮਝਾਵਾਂ ਮਨ ਨੂੰ? ਸਮਝਾ ਨਹੀਂ ਹੁੰਦਾ, ਤੂੰ ਸਮਝਾ ਕੇ ਦੇਖ ਲੈ। ਉਹ ਮੈਨੂੰ ਭੱਜ ਕੇ ਪੈਂਦਾ, ਗੁੱਸੇ 'ਚ ਬੋਲਦਾ ਕਿ ਕਿਵੇਂ ਸਮਝਾ ਲਵਾਂ ਮਨ ਨੂੰ? ਸਮਝਾ ਹੁੰਦਾ ਜਿਹਦਾ ਜ਼ਬਾਨ ਪੁੱਤ ਤੁਰ ਗਿਆ ਹੋਵੇ। ਮੈਂ ਫਿਰ ਚੁੱਪ ਕਰ ਜਾਂਦਾ। ਹੁਣ ਕੁੱਕੜ ਮਰੇ ਨੂੰ 1 ਸਾਲ ਤੋਂ ਉੱਤੇ ਹੋ ਗਿਆ ਸੀ। ਜੰਗ ਨੇ ਹਾਲੇ ਤੱਕ ਦਿਲ ਨਹੀਂ ਸੀ ਧਰਿਆ। ਕੁੱਕੜ ਦੀ ਮੌਤ ਬਾਰੇ ਸਾਨੂੰ ਪਹਿਲਾਂ ਤਾਂ ਇੱਕਦਮ ਨਹੀਂ ਸੀ ਪਤਾ ਲੱਗਿਆ। ਅਸੀਂ ਭੋਗ ਤੇ ਜਾ ਨਹੀਂ ਸੀ ਸਕੇ। 2 ਮਹੀਨੇ ਬਾਅਦ ਸਾਨੂੰ ਉਹਨਾਂ ਦੇ ਪਿੰਡ ਦੇ ਇੱਕ ਨੰਬਰਦਾਰ ਨੇ ਆ ਕੇ ਦੱਸਿਆ ਵੀ ਕੁੱਕੜ ਦੀ ਮੌਤ ਹੋ ਗਈ ਹੈ, ਜੰਗ ਸਿੰਘ ਦਾ ਜਿਹੜਾ ਮੁੰਡਾ ਉਹਦੀ ਮੌਤ ਹੋ ਗਈ ਹੈ। ਮੇਰਾ ਜਾਣੀ ਕਾਲਜਾ ਫਟ ਗਿਆ। ਮੈਨੂੰ ਸਮਝ ਨਾ ਆਵੇ ਵੀ ਯਾਰ ਐਡਾ ਕਹਿਰ। ਮੈਂ ਤੇ ਘਰ ਵਾਲੀ ਦੂਜੇ ਦਿਨ ਹੀ ਪਿੰਡ ਜਾ ਵੜੇ ਉਹਨਾਂ ਦੇ। ਉਹ ਕੁਰਸੀ ਤੇ ਬੈਠਾ ਵਿਹੜੇ ਦੇ ਵਿੱਚ, ਦੇਖ ਕੇ ਸਾਨੂੰ ਖੜਾ ਹੀ ਨਾ ਹੋਇਆ, ਕੋਈ ਉਹ ਤੇ ਅਸਰ ਹੀ ਨਾ। ਬੈਠੇ ਦਾ ਬੈਠਾ, ਜਿਵੇਂ ਧਰਤੀ ਤੇ ਕੋਈ ਠੋਸ ਚੀਜ਼ ਗੱਡੀ ਨਹੀਂ ਹੁੰਦੀ, ਇਉਂ। ਮੈਂ ਆਪ ਹੀ ਥੋੜੀ ਜਿਹੀ ਦੂਜੀ ਕੁਰਸੀ ਕੋਲ ਜਿਹਨੂੰ ਕੀਤੀ। ਹੁਣ ਮੈਨੂੰ ਸ਼ਬਦ ਨਾ ਲੱਭਣ ਵੀ ਯਾਰ ਕਹਾਂ ਕੀ ਜੰਗ ਸਾਨੂੰ, ਇਹ ਤਾਂ ਇੰਨਾ ਮਜ਼ਾਕੀਆ ਸੁਭਾਅ ਦਾ ਸੀ। ਫਿਰ ਮੈਂ ਖੁਦ ਹੀ ਗੱਲ ਤੋੜ ਲਈ। ਮੈਨੂੰ ਤਾਂ ਕੱਲ ਪਤਾ ਲੱਗਿਆ ਜੰਗ ਸਿੰਘ, ਕਿਸੇ ਨੇ ਦੱਸਿਆ ਤੂੰ ਭੋਗ ਦਾ ਕਾਰਡ ਹੀ ਭੇਜ ਦਿੰਦਾ। ਆ ਤਾਂ ਜਾਂਦੇ ਯਾਰ, ਤੂੰ ਐਵੇਂ ਗੁੱਸਾ ਕਰਦਾ ਹੋਵੇਗਾ ਵੀ ਗਿਆਨ ਸਿੰਘ ਮੁੰਡੇ ਤੇ ਭੋਗ ਤੇ ਵੀ ਨਹੀਂ ਆਇਆ। ਕਾਰਡ ਕਿਹਨੂੰ ਸੋਚਦੇ ਆ ਯਾਰ, ਜਿਹਨੂੰ ਪਤਾ ਲੱਗ ਗਿਆ ਬਸ ਆ ਗਏ। ਜੇ ਤੂੰ ਨਹੀਂ ਆ ਹੋਇਆ ਭਾਈ ਕੋਈ ਗੱਲ ਨਹੀਂ, ਕੋਈ ਗੁੱਸਾ ਨਹੀਂ, ਜੋ ਹੋਣਾ ਸੀ ਉਹ ਤਾਂ ਹੋ ਗਿਆ, ਕੋਈ ਨਹੀਂ ਆਓ। ਉਹ ਉਪਰੇ ਵਾਂਗੂ ਮੇਰੇ ਵੱਲ ਝਾਕੀ ਜਾਵੇ। ਯਾਰ ਬਹੁਤ ਮਾੜਾ ਹੋਇਆ। ਕਿਵੇਂ? ਚਾਹੇ ਨੰਬਰਦਾਰ ਨੇ ਤਾਂ ਮੈਨੂੰ ਸਾਰਾ ਕੁਝ ਦੱਸਤਾ ਸੀ ਵੀ ਕਿਵੇਂ ਹੋਇਆ, ਪਰ ਮੈਂ ਫਿਰ ਹੁਣ ਉਹਨੂੰ ਪੁੱਛਣਾ ਚਾਹੁੰਦਾ ਸੀ ਵੀ ਕਿਵੇਂ ਹੋਇਆ। ਉਹ ਦੱਸਣ ਲੱਗਿਆ ਕਿ ਕੁੱਕੜ ਟਰੈਕਟਰ ਟਰਾਲੀ ਲੈ ਕੇ ਖੇਤ ਨੂੰ ਜਾ ਰਿਹਾ ਸੀਗਾ। ਪਿੰਡ 'ਚ ਲਾਈਟ ਹੈ ਨਹੀਂ ਸੀਗੀ, ਤਾਰਾਂ ਨੇ ਜਿਹੜੀਆਂ ਉਹ ਬਹੁਤ ਥੱਲੇ ਨੂੰ ਮੀਂਹ ਨੇਰੀ ਆਇਆ ਹੋਇਆ ਸੀਗਾ, ਉਹਦੇ ਨਾਲ ਡਿੱਗੀਆਂ ਹੋਈਆਂ ਸੀਗੀਆਂ। ਉਹ ਤਾਰਾਂ ਦਾ ਰੁੱਗ ਭਰ ਕੇ ਤਾਂ ਨੂੰ ਚੱਕ ਕੇ ਬਿਜਲੀ ਦੀਆਂ ਦਾ ਟਰੈਕਟਰ ਥੱਲਿਓਂ ਕੱਢਣ ਲੱਗਿਆ ਤੇ ਇੱਕਦਮ ਲਾਈਟ ਆ ਗਈ। ਪਰ ਕੁਦਰਤ ਰੱਬ ਦੀ ਧਾਰਾਂ 'ਚ ਜਦੋਂ ਕਰੰਟ ਆਇਆ, ਇੰਨੀ ਵੋਲਟੇਜ ਛੱਡਦੀ ਆ ਭਲਾ ਕਿਸੇ ਬੰਦੇ ਨੂੰ। ਚੁੱਪ ਹੋ ਗਿਆ, ਰੋਇਆ ਨਹੀਂ ਉਹ, ਕਿਉਂਕਿ ਰੋ ਕੇ ਤਾਂ ਹੁਣ ਥੱਕਿਆ ਪਿਆ ਸੀ ਕਿੰਨੇ ਚਿਰ ਦਾ। ਮੇਰੇ ਤੋਂ ਵੀ ਹੁਣ ਉਹਦੀਆਂ ਅੱਖਾਂ 'ਚ ਨਾ ਝਾਕਿਆ ਜਾਵੇ, ਜ਼ੁਬਾਨ ਮੇਰੇ ਤੋਂ ਵੀ ਖੁੱਲੀ ਨਾ, ਕੁਛ ਬੰਦ ਹੋ ਗਈ। ਇਹਨਾਂ ਨੂੰ ਕੁੜੀ ਦਲਜੀਤ ਚਾਹ ਦੇਗੀ। ਕੁੜੀ ਦੇ ਪ੍ਰਾਹੁਣੇ ਉੱਥੇ ਸੀਗੇ, ਚਾਹ ਪੀਣ ਦੀ ਵੀ ਹਿੰਮਤ ਨਹੀਂ ਸੀ। ਜੰਗ ਬਹਾਦਰ ਸਿੰਘ ਦੇ ਅਸਲ 'ਚ 2 ਲੜਕੇ ਤੇ 1 ਲੜਕੀ ਸੀ। ਉਹਦੇ ਪਿਤਾ ਫੌਜ 'ਚੋਂ ਸੂਬੇਦਾਰ ਸੀਗੇ, ਪੈਨਸ਼ਨ ਆਏ ਹੋਏ ਸੀਗੇ, ਚੰਗੀ ਜ਼ਮੀਨ ਸੀਗੀ। ਤੇ ਸੂਬੇਦਾਰ ਸਾਹਿਬ ਥੋੜੇ ਟਾਈਮ ਬਾਅਦ ਬਿਮਾਰ ਹੋਏ। ਇਹ ਇੰਟੈਲੀਜੈਂਟ ਬਹੁਤ ਸੀ, ਪੜ੍ਹਦਾ ਬਹੁਤ ਕਮਾਲ ਸੀਗਾ, ਬੜਾ ਇੰਟੈਲੀਜੈਂਟ ਸੀਗਾ। ਹੁਣ ਚੰਗੀ ਜ਼ਮੀਨ ਹੋਣ ਕਰਕੇ ਸੂਬੇਦਾਰ ਸਾਹਿਬ ਬਿਮਾਰ ਹੋ ਗਏ, ਉਹ ਚੱਲ ਵਸੇ। ਇਹਨੂੰ ਪੜ੍ਹਾਈ ਆਪਣੀ ਵਿੱਚੇ ਛੱਡਣੀ ਪੈ ਗਈ। ਅਸੀਂ ਤਾਂ ਸ਼ਰਤਾਂ ਲਾਉਂਦੇ ਹੁੰਦੇ ਸੀ ਕਿ ਜੰਗ ਸਿੰਘ ਵਿਆਹ ਕਰਾਵਾਂਗੇ, ਦੇਖਾਂਗੇ ਪਹਿਲਾਂ ਕਿਹਦਾ ਵਿਆਹ ਹੁੰਦਾ। ਮੈਂ ਤੇਰੀ ਬਰਾਤ ਤੇ ਤੂੰ ਮੇਰੀ ਬਰਾਤ ਜਾਵਾਂਗੇ।
ਪਰ ਕੁਦਰਤ ਰੱਬ ਦੀ ਸਾਡਾ ਵਿਆਹ ਵੀ ਇੱਕੋ ਦਿਨ ਹੋਇਆ ਤੇ ਅਸੀਂ ਇੱਕ ਦੂਜੇ ਦੀ ਬਰਾਤ ਤੇ ਨਾ ਜਾ ਸਕੇ। ਉਹ ਹੁਸ਼ਿਆਰ ਇੰਨਾ ਸੀ ਵੀ ਹਿਸਾਬ ਦੇ ਪ੍ਰੋਫੈਸਰ ਨਾਲੋਂ ਵੱਧ ਹਿਸਾਬ ਉਹਨੂੰ ਆਉਂਦਾ ਸੀਗਾ। FSC ਚੋਂ 80% ਨੰਬਰ ਲਏ ਸੀ, ਫਸਟ ਡਿਵੀਜ਼ਨ ਚ ਉਹ ਪਾਸ ਹੋਇਆ ਸੀ। 5 ਭੈਣਾਂ ਉਹਦੀਆਂ, ਵੱਡੀਆਂ ਦੇ 2 ਸੂਬੇਦਾਰ ਸਾਹਿਬ ਵਿਆਹ ਕਰ ਗਏ ਸੀਗੇ ਇਹਦੇ ਪਿਤਾ, 3 ਜੰਗ ਸਿੰਘ ਨੇ ਬਾਅਦ ਚ ਆਪ ਵਿਆਹਤੀਆਂ। 5 ਭੈਣਾਂ ਸੀ, 3 ਆਪ ਵਿਆਹਤੀਆਂ, 2 ਦਾ ਵਿਆਹ ਸੂਬੇਦਾਰ ਸਾਹਿਬ ਕਰ ਗਏ ਸੀ, ਜੰਗ ਸਿੰਘ ਦਾ ਪਿਓ। ਫਿਰ ਉਹਦੀ ਆਪਦੀ ਕਬੀਲਦਾਰੀ ਸ਼ੁਰੂ ਹੋ ਗਈ। ਕੁੜੀ ਵੱਡੀ ਸੀ, ਪਹਿਲਾਂ ਉਹਦਾ ਵਿਆਹ ਕੀਤਾ। ਮੁੰਡਾ ਕੈਨੇਡਾ ਤੋਂ ਆਇਆ ਪਰ ਠੱਗੀ ਕਰ ਗਿਆ, ਉੱਥੇ ਚਲੇ ਗਿਆ ਵਾਪਸ ਕੈਨੇਡਾ। ਬਾਅਦ ਚ ਜਾ ਕੇ ਕਾਗਜ਼ ਹੀ ਨਹੀਂ ਭਰੇ। ਯਾਰ ਕਹਾਣੀ ਫਿੱਟ ਨਹੀਂ ਬੈਠੀ। ਜੋੜ ਕਾਹਦਾ, ਇਹ ਤਾਂ ਕਜੋੜ ਹੀ ਹੋ ਗਿਆ। ਪਰ ਦਲਜੀਤ ਦਾ ਮਸਲਾ ਅਲੱਗ ਸੀ ਕਿ ਉਹਨੇ ਪੇਪਰ ਕਾਹਤੋਂ ਨਹੀਂ ਭਰੇ, ਆਇਆ ਹੀ ਨਹੀਂ, ਨਾ ਕੋਈ ਕਾਗਜ਼ ਪੱਤਰ। ਇਹ ਅਸਲ ਦੇ ਵਿੱਚ ਦੂਜੀ ਸੱਟ ਸੀ, ਜੰਗ ਸਿੰਘ ਨੂੰ ਦੂਜੀ ਸੱਟ ਲੱਗੀ ਸੀ। ਚਲੋ ਕਰ ਕਰਾ ਕੇ ਉਹਨੇ ਫੇਰ ਵਿਆਹ ਕਰਤਾ ਸੀਗਾ, ਫੇਰ ਸੰਭਲ ਗਿਆ ਸੀ। ਚਾਹੇ ਖੇਤੀ ਦਾ ਕੰਮ ਚੰਗਾ ਚੱਲਦਾ ਸੀਗਾ, ਪਰ ਮੈਂ ਹੁਣ ਸਰਕਾਰੀ ਨੌਕਰੀ ਕਰਦਾ ਸੀਗਾ। ਉਹ ਆਖਦਾ, ਦੇਖ ਲੈ ਬਈ, ਤੂੰ ਤਾਂ ਛਾਂ 'ਚ ਜਾਵੇ ਨਾ, ਚਿੱਟੇ ਤੇਰੇ ਕੱਪੜੇ ਪਾਏ ਹੁੰਦੇ ਆ, ਪਾਣੀ ਤੈਨੂੰ ਚੱਕੀ ਫਿਰਦੇ ਆ, ਪੈਨ ਪਚੜ ਕੇ ਨਿਕਲਦਾ, ਆਹ ਦੇਖ ਲਾ ਇਕੱਠਾ ਢੋਈ ਜਾਂਦੇ ਇੱਧਰ। ਕਿਹੜਾ ਯਾਰ ਮੈਨੂੰ ਦੇਖ ਕੇ ਕਹਿ ਦੂਗਾ ਵੀ ਮੈਂ ਫਸਟ ਡਿਵੀਜ਼ਨ 'ਚ ਪਾਸ ਹੋਇਆ ਸੀਗਾ। ਮਤਲਬ ਜੇ ਕਿਤੇ ਬਾਪੂ ਨਾ ਗੁਜ਼ਰਦਾ ਨਾ, ਮੈਂ ਤਾਂ ਬਹੁਤ ਯਾਰ ਪੜ੍ਹਨਾ ਸੀ, ਬੜੀਆਂ ਰੀਝਾਂ ਸੀਗੀਆਂ, ਤੇ ਤੋਂ ਵੱਧ ਤਨਖਾਹ ਲਿਆ ਕਰਨੀ ਸੀ, ਤੇ ਤੋਂ ਉੱਪਰਲਾ ਅਫਸਰ ਲੱਗਣਾ ਸੀ ਮੈਂ। ਉਹ ਇਹੋ ਜਿਹੀਆਂ ਗੱਲਾਂ ਜਦੋਂ ਕਰਦਾ ਤੇ ਮੈਂ ਚੁੱਪ ਕਰ ਜਾ ਕਰਦਾ, ਕਿਉਂਕਿ ਸੱਚੀ ਇੰਟੈਲੀਜੈਂਸ ਸੀ। ਉਹਦੇ ਵੱਡੇ ਮੁੰਡੇ ਦਾ ਨਾਮ ਬਲਵੰਤ ਸਿੰਘ ਸੀ, ਉਹਨੂੰ ਬਿੱਲੂ ਕਹਿੰਦੇ ਸੀ। ਛੋਟੇ ਦਾ ਨਾਮ ਕੁਲਵੰਤ ਸਿੰਘ ਸੀ, ਉਹਨੂੰ ਉਹ ਕੁੱਕੜ ਕਹਿ ਕੇ ਬੁਲਾਉਂਦਾ ਸੀ। ਕਾਗਜ਼ਾਂ 'ਚ ਤਾਂ ਅਸਲੀ ਨਾਮ ਸੀਗੇ। ਦੋਵੇਂ ਮੁੰਡੇ ਸੋਹਣੇ, ਜਵਾਨ, ਮੂਰਤਾਂ ਵਰਗੇ ਲੱਗਦੇ ਸੀਗੇ। ਇੰਨਾ ਹਜਮਾ ਰੂਪ ਰੱਬ ਨੇ ਦਿੱਤਾ ਹੋਇਆ। ਉਹਦਾ ਫੈਸਲਾ ਸੀ ਕਿ ਕੁੱਕੜ ਨੂੰ ਵੀ ਨਾ, ਹੁਣ ਵੱਡਾ ਤਾਂ BA ਕਰ ਗਿਆ ਸੀ, ਚੰਗੇ ਰੱਜੇ ਪੁਜੇ ਵਿਆਹ ਕਰਤਾ ਉਹਦੇ ਘਰੇ। ਹੁਣ ਜੰਗ ਬਹਾਦਰ ਇੱਕ ਚੌੜੀ ਕਰਕੇ ਤੁਰਦਾ ਸੀ, ਕਹਿੰਦਾ ਛੋਟੇ ਮੁੰਡੇ ਨੂੰ ਵੀ BA ਕਰਾ ਦਿੰਦੇ ਆ, ਕੋਈ ਕੋਰਸ ਕਰ ਲੂ, ਸਰਕਾਰੀ ਨੌਕਰੀ ਮਿਲ ਜੂ। ਖੇਤੀ ਚੋਂ ਕੀ ਆ, ਮੈਂ ਸਾਰੀ ਜ਼ਿੰਦਗੀ ਹੁਣ ਖੇਤੀ ਕਰਕੇ ਦੇਖ ਤਾਂ ਲਈ, ਕੁਛ ਨਹੀਂ ਬਣਦਾ ਖੇਤੀ ਚੋਂ। ਮੁੰਡਿਆਂ ਨੂੰ ਹੁਣ ਐਸ਼ ਕਰਾਉਣੀ ਹੈ, ਮਿੱਟੀ ਨਾਲ ਮਿੱਟੀ ਨਹੀਂ ਹੋਣ ਦੇਣਾ। ਪਰ ਅਚਿੰਤੇ ਬਾਜ ਪਏ, ਅੰਬਰੋਂ ਬਿਜਲੀ ਡਿੱਗੀ, ਜਿਵੇਂ ਪਤਾ ਹੀ ਨਾ ਲੱਗਿਆ ਕੁਛ। ਰੱਬ ਦਾ ਭਾਣਾ ਵਰਤਿਆ, ਬਿੱਲੂ ਰਾਤ ਨੂੰ ਚੰਗਾ ਭਲਾ ਸੁੱਤਾ ਸੁੱਤਾ ਚੜਾਈ ਕਰ ਗਿਆ। ਹਨੇਰ ਗਵਾਰ। ਕੁੱਕੜ ਉਦੋਂ ਹਜੇ +2 'ਚ ਹੀ ਪੜ੍ਹਦਾ ਸੀਗਾ। ਉਹ ਤਾਂ ਜਵਾਨ ਹੁੰਦਾ ਸੀ, ਅਜੇ ਤਾਂ ਜੱਗ ਜਹਾਨ ਦੀ ਉਹਨੂੰ ਸੁਰਤ ਵੀ ਕੋਈ ਨਹੀਂ ਸੀਗੀ। ਬਿੱਲੂ ਦੇ ਭੋਗ ਵਾਲੇ ਦਿਨ ਪਾਠ ਤੇ ਹੁਣ ਬਿੱਲੂ ਦੀ ਘਰਵਾਲੀ ਕੁੱਕੜ ਦੇ ਸਿਰ ਧਰਤੀ ਕਿ ਭਾਈ ਹੁਣ ਕੀ ਕਰੀਏ। ਉਹਦੇ ਲੜ ਲਾਤੀ। ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਰੱਖੀ, ਜੋੜੀ ਦੇ ਅੰਗ ਸੰਗ ਸਹਾਈ ਹੋਣ। ਅੱਜ ਤੋਂ ਇਹ ਆਪਣਾ ਨਵਾਂ ਜੀਵਨ ਫੇਰ ਸਫਲਾ ਸ਼ੁਰੂ ਕਰਨਾ। ਬਹੁਤੀ ਰੋਈ ਜਾਵੇ, ਕੁਲਵੰਤ ਰੋਈ ਜਾਵੇ, ਜੰਗ ਬਹਾਦਰ ਰੋਈ ਜਾਵੇ, ਉਹਦੇ ਘਰ ਵਾਲੀ, ਧੀ ਜਵਾਈ ਸਾਰੇ ਅੱਖਾਂ ਭਰੀ ਖੜੇ ਵੀ ਆਹ ਕੀ ਬਣਾ ਵਰਤ ਗਿਆ ਯਾਰ। ਆਹ ਤਾਂ ਜਵਾਕ ਸੀ, ਜੇ +2 'ਚ ਪੜ੍ਹਦਾ, ਇਹਦੇ ਸਿਰ ਧਰਤੀ। ਚਿੱਤੇ ਵੀ ਨਹੀਂ ਸੀ ਕੁੱਕੜ ਨੂੰ ਵੀ ਇੰਜ ਹੋ ਜੂ। ਚੜ੍ਹਦੀ ਕਲਾ 'ਚ ਰਹਿਣ ਵਾਲਾ ਜੰਗ ਬਹਾਦਰ ਹੁਣ ਨਿਢਾਲ ਲੱਗਦਾ ਸੀਗਾ। ਉਹ ਲੱਗਦਾ ਨਹੀਂ ਸੀ ਕਿ ਚੜ੍ਹਦੀ ਕਲਾ 'ਚ। ਨੌ ਪੁੱਤ ਦੀ ਜ਼ਿੰਦਗੀ ਚਾਹੇ ਨਵੇਂ ਸਿਰੇ ਤੋਂ ਸ਼ੁਰੂ ਹੋ ਗਈ, ਪਰ ਬਿੱਲੂ ਟੱਬਰ ਨੂੰ ਕਿਵੇਂ ਭੁੱਲ ਸਕਦਾ ਸੀਗਾ। ਵੱਡਾ ਮੁੰਡਾ, ਹਰ ਵਰੇ ਉਹਦੀ ਬਰਸੀ ਮਨਾਈ ਜਾਂਦੀ, ਦਿਨ ਦੇ ਦਿਨ ਉਹਦੀਆਂ ਗੱਲਾਂ ਕੀਤੀਆਂ ਜਾਂਦੀਆਂ। ਕੁੱਕੜ ਦੀ ਬਹੂ ਕੋਲ ਪਹਿਲਾਂ ਮੁੰਡਾ ਹੋਇਆ, ਫਿਰ 1 ਸਾਲ ਦਾ ਹੋਏ ਤੋਂ ਉਹਦੀ ਛੱਟੀ ਕੀਤੀ, ਜਨਮ ਦਿਨ ਮਨਾਇਆ, ਕੋਲ ਰਿਸ਼ਤੇਦਾਰ ਆਏ, ਦੋਸਤ ਮਿੱਤਰ ਆਏ, ਸਾਰਾ ਪਿੰਡ ਪਾਣੀ ਛੱਕ ਕੇ, ਗਿਆਨ ਪਾਣੀ ਛਕਿਆ ਸਾਰਿਆਂ ਨੇ। ਵਿਆਹ ਨਾਲੋਂ ਵੱਡਾ ਇਕੱਠ ਕੀਤਾ। ਜੰਗ ਬਹਾਦਰ ਸਿਰੇ ਦੀ ਚੜ੍ਹਾਈ ਕਲਾ, ਚੜ੍ਹਦੀ ਕਲਾ ਵਿੱਚ ਸੀਗਾ। ਸਾਰੇ ਰੰਗ ਭਾਗ ਦੁਆਰੇ ਰੱਬ ਨੇ ਫੇਰ ਲਾਤੇ ਸੀ। ਧਾਰਮਿਕ ਵਰਤੀ ਵਾਲਾ ਸੀਗਾ, ਆਸਤਕ ਸੀਗਾ। ਇੱਕ ਵਾਰ ਬਿਜਲੀ ਡਿੱਗ ਪਈ, ਮੈਂ ਉਹਨੂੰ ਕਿਹਾ ਕਰਨਾ, ਯਾਰ ਤੂੰ ਤਾਂ ਬਾਹਲਾ, ਉਹ ਤੇ ਸੰਤਾਂ ਦੇ ਜਾਂਦਾ ਸੀ ਕਿਤੇ। ਜੰਗ ਬਹਾਦਰ ਕਹਿੰਦਾ, ਉਰੇ ਆ ਦੇਖ, ਆਹ ਸਾਡੇ ਘਰੇ ਬਿਜਲੀ ਡਿੱਗੀ ਹੈ, ਇਹਨੇ ਆ TV ਵੀ ਸਾੜਤਾ, ਸਾਰਾ ਕੁਝ ਸਾੜਤਾ, ਆਹ ਕੰਧ 'ਚ ਤਰੇੜ ਆਈ, ਆਹ ਕੰਧ 'ਚ ਤਰੇੜ ਆਈ, ਤੂੰ ਦੇਖਿਆ ਵੀ ਆਹ ਕੰਧ 'ਚ ਤਰੇੜ ਕਿਉਂ ਨਹੀਂ ਆਈ? ਮੈਂ ਕਿਹਾ ਕਿਉਂ ਨਹੀਂ ਆਈ? ਕਹਿੰਦਾ ਇੱਥੇ ਮੈਂ ਬਾਬਿਆਂ ਦੀ ਫੋਟੋ ਲਾਈ ਹੋਈ ਆ, ਇਸ ਕਰਕੇ ਨਹੀਂ ਆਈ। ਕਿਉਂ ਮੰਨਦਾ ਹੁਣ? ਹੋ ਗਿਆ ਨਾ ਕਦੂ ਕਸ ਤੇਰਾ। ਮੈਂ ਕੁਝ ਵੀ ਨਹੀਂ ਬੋਲਿਆ, ਚੁੱਪ ਬਟ ਲਈ। ਅਸਲ 'ਚ ਜਦੋਂ ਤੋਂ ਬਿੱਲੂ ਨਹੀਂ ਰਿਹਾ ਨਾ, ਉਹਦੀ ਕਿਸੇ ਗੱਲ 'ਚ ਬਹਿਸ 'ਚ ਮੈਂ ਪੈਂਦਾ ਹੀ ਨਹੀਂ ਸੀਗਾ। ਜੋ ਕਹਿੰਦਾ ਮੈਂ ਮੰਨ ਲੈਂਦਾ ਸੀਗਾ।
ਪਰ ਉਹ ਜਿਵੇਂ ਸਭ ਕੁਝ ਭੁੱਲ ਗਿਆ ਸੀ। ਉਹੀ ਮੜਕ ਗੱਲ ਕਰਨ ਦਾ, ਉਹੀ ਮਜ਼ਾਕੀਆ ਅੰਦਾਜ਼। ਕੀ ਹਾਲ ਆ? ਚੜ੍ਹਦੀ ਕਲਾ ਬਾਈ, ਚੜ੍ਹਦੀ ਕਲਾ। ਕੁੱਕੜ ਦੀ ਬਹੂ ਕੋਲ ਹੁਣ ਦੂਜਾ ਮੁੰਡਾ ਹੋ ਗਿਆ। ਜੰਗ ਆਖਦਾ ਹੁੰਦਾ, ਮੈਂ ਇਕੱਲਾ ਸੀ, ਮੇਰੇ ਗਾਹਾਂ 2 ਸੀ, ਹੁਣ ਇਹ 3 ਹੋ ਗਏ। ਬੰਦਿਆਂ ਕੰਨਿਓ ਤਾਂ ਨਹੀਂ ਵੀ ਅਸੀਂ ਮਰਦੇ। ਕੁੱਕੜ ਦਾ ਦੂਜਾ ਮੁੰਡਾ ਹਜੇ 2 ਵਰਿਆਂ ਦਾ ਸੀਗਾ ਜਦੋਂ ਭਾਣਾ ਵੱਟ ਗਿਆ। ਜੰਗ ਬਹਾਦਰ ਜਮਾਂ ਹੀ ਟੁੱਟ ਗਿਆ। ਕੁੱਕੜ ਵੀ ਦੁਨੀਆ ਛੱਡ ਗਿਆ। ਉਹਦੇ ਗੋਡੇ ਖੜ ਗਏ, ਲੱਤਾਂ ਭਾਰ ਨਾ ਚੱਲਣ। ਯਾਰ ਦੂਜਾ ਮੁੰਡਾ ਵੀ, ਆ ਪੋਤਿਆਂ ਨੂੰ ਹੁਣ ਮੈਂ ਕੀ ਕਰੂੰਗਾ? ਕੁੱਕੜ ਦੀ ਮੌਤ ਤੋਂ 4-5 ਮਹੀਨਿਆਂ ਬਾਅਦ ਸਾਡਾ ਇੱਕ ਪੁਰਾਣਾ ਦੋਸਤ ਸੀ ਇੰਗਲੈਂਡ ਤੋਂ ਆਇਆ। ਮੈਂ ਉਹਨੂੰ ਕੁੱਕੜ ਦੇ ਘਰੇ ਲੈ ਗਿਆ, ਜੰਗ ਬਹਾਦਰ ਦੇ। ਸੋਚਿਆ ਕਿ ਹੁਣ ਤਾਂ ਪੈਰਾਂ ਸਿਰ ਹੋ ਗਿਆ, ਉਹ ਦੁਬਾਰੇ ਮਨ ਸਮਝਾ ਲਿਆ। ਦੋਨੇ ਅਸੀਂ ਸਮਝਾਉਂਦੇ ਰਹੇ, ਪਰ ਕਿੱਥੇ ਗੱਲ ਨਾ ਬਣੀ। ਉਹ ਵਾਰੀ ਆਖੀ ਜਾਵੇ, ਬਸ ਇੱਕ ਮਰਿਆ ਹੀ ਨਹੀਂ ਜਾਂਦਾ, ਹੋਰ ਕਸਰ ਕੋਈ ਨਹੀਂ। ਗਿਆਨ ਸਿੰਘ, ਇੱਕ ਮਰਿਆ ਹੀ ਨਹੀਂ ਜਾਂਦਾ, ਰੱਬ ਮੈਨੂੰ ਲੈ ਜਾਂਦਾ। ਯਾਰ ਮੇਰੇ ਪੁੱਤਾਂ ਨੂੰ, ਪਿਓ ਨੂੰ ਪੁੱਤ ਤੋਰਨੇ ਬੜੇ ਔਖੇ ਆ, ਪਿਓ ਨੂੰ ਪੁੱਤ ਤੋਰਨੇ ਬੜੇ ਔਖੇ ਆ, ਔਖਾ। ਮੈਂ ਉਹਨੂੰ ਕਿਹਾ ਕਿ ਤੂੰ ਗੋਡਿਆਂ ਦੀ ਦਵਾਈ ਲੈ ਲਾ, ਤਾਕਤ ਦੀਆਂ ਗੋਲੀਆਂ ਖਾਇਆ ਕਰ, ਸਰੀਰ ਸੰਭਾਲ ਭੋਰਾ। ਗਿਆਨ ਸਿੰਘ, ਕੀ ਕਰਨਾ ਸਰੀਰ ਦਾ? ਹੁਣ ਤਾਂ ਰੱਬ ਮੈਨੂੰ ਚੱਕ ਲਵੇ ਯਾਰ, ਸਾਰਾ ਕੁਝ ਤਾਂ ਖਤਮ ਹੋ ਗਿਆ। ਹੁਣ ਨਹੀਂ ਜੀ ਲੱਗਦਾ, ਰਹਿਣ ਨੂੰ ਜੀ ਨਹੀਂ ਕਰਦਾ। ਅਸੀਂ ਉਹਦੀਆਂ ਗੱਲਾਂ ਸਾਹਮਣੇ ਨਿਰੁੱਤਰ ਹੋ ਜਾਂਦੇ ਸੀਗੇ। ਹੁਣ ਕੀ ਗੱਲ ਕਰੀਏ? ਸਾਰੇ ਦਿਲਾਸੇ ਦਿੱਤੇ, ਸਭ ਫਿੱਕੇ ਪੈ ਜਾਏਗਾ। ਫਿਰ ਪਤਾ ਲੱਗਿਆ ਕਿ ਉਹ ਆਪਣੇ 3 ਪੋਤਿਆਂ ਨੂੰ ਲੈ ਕੇ ਸ਼ਹਿਰ ਆਉਂਦਾ, ਜੀਪ ਦੇ ਵਿੱਚ, ਸਕੂਲ 'ਚ ਉਹਨਾਂ ਨੂੰ ਛੱਡਦਾ, ਫਿਰ ਉਹਨਾਂ ਨੂੰ ਵਾਪਸ ਲੈ ਕੇ ਜਾਂਦਾ, ਆਪ ਕੋਈ ਕੰਮਕਾਜ ਕਰ ਲਿਆ ਕਰਦਾ। ਇੱਕ ਦਿਨ ਉਹਨੇ ਮੈਨੂੰ ਪਿੱਛੋਂ ਹਾਕ ਮਾਰੀ, ਸ਼ਹਿਰ ਦੇ ਵਿੱਚ ਤੁਰੇ ਜਾਂਦੇ ਨੂੰ। ਅਸੀਂ ਗੱਲਾਂ ਬਾਤਾਂ ਕੀਤੀਆਂ। ਉਦੋਂ ਉਹਦਾ ਚਿੱਤ ਥੋੜਾ ਜਿਹਾ ਟਿਕਾਣੇ ਲੱਗਿਆ। ਤੂੰ ਹੁਣ ਇਹਨਾਂ 'ਚ ਧਿਆਨ ਦਿਆ ਕਰ, ਪੋਤਿਆਂ 'ਚ। ਇਹਨਾਂ 'ਚ ਜਦੋਂ ਇਹ ਜਵਾਨ ਹੋ ਗਏ, ਤੈਨੂੰ ਬਿੱਲੂ ਤੇ ਕੁੱਕੜ ਦਿਸਿਆ ਕਰਨਗੇ। ਕਾਹਨੂੰ, ਜਦੋਂ ਇਹਨਾਂ ਨੇ ਜਵਾਨ ਹੋਣਾ ਯਾਰ, ਉਦੋਂ ਤੱਕ ਮੈਂ ਕਿੱਥੇ ਰਹਿਣਾ? ਹੋਰ ਯਾਰ ਫਿਰ ਤੇਰਾ ਹੋਊ ਕੀ? ਹੋਣਾ ਕੀ ਹੈ? ਹੋ ਹੀ ਜਾਂਦਾ। ਰੱਬ ਨਾਲ ਝਗੜਾ ਮੇਰਾ ਤਾਂ। ਮੈਂ ਯਾਰ ਇੰਨਾ ਰੱਬ ਨੂੰ ਯਾਦ ਰੱਖਣ ਵਾਲਾ, ਇੰਨਾ ਰੱਬ ਨੂੰ ਮੰਨਣ ਵਾਲਾ, ਜਦੋਂ ਮੇਰੇ ਨਾਲ ਹੀ ਰੱਬ ਆਹ ਕਰ ਗਿਆ ਤੇ ਬਾਕੀਆਂ ਨਾਲ ਕੀ ਕਰਦਾ ਹੋਊ? ਉਹਦੀਆਂ ਅੱਖਾਂ ਭਰ ਗਈਆਂ, ਬੋਲਣਾ ਬੰਦ ਕਰ ਗਿਆ। ਮੈਂ ਤਾਂ ਮੂੰਹ ਪਰਾਂ ਕਰ ਲਿਆ ਉਹਦੀ ਹਾਲਤ ਦੇਖ ਕੇ। ਨਿੱਕੀ ਘੁੱਟ ਭਰ ਕੇ ਚਾਹ ਪੀਤੀ। ਚੰਗਾ, ਮਿਲਦੇ ਆ ਫਿਰ ਕਦੇ, ਆ ਜੀ, ਇਹ ਕਹਿ ਕੇ। ਖਿਆਲ ਰੱਖੀ ਆਪਣਾ, ਮੈਂ ਉਹਨੂੰ ਕਿਹਾ। ਪਰ ਕਹਿੰਦਾ ਖਿਆਲ ਹੀ ਖਿਆਲ ਆ। ਕਾਹਦਾ ਖਿਆਲ ਯਾਰ? ਹੁਣ ਤਾਂ ਰੱਬ ਛੁਟਕਾਰਾ ਦੀ ਦੇਵੇ ਜੀ ਜ਼ਿੰਦਗੀ ਤੋਂ। ਉਹ ਆਪ ਹੀ ਚਲੇ ਗਏ, ਮੈਨੂੰ ਛੱਡ ਗਈ। ਡੱਪ ਕਰਦਾ ਵੱਜਦਾ ਯਾਰ ਮੈਂ ਹੁਣ ਇੱਥੇ। ਪੁੱਤਾਂ ਤੋਂ ਬਿਨਾਂ ਪਿਓ ਦੀ ਕਾਹਦੀ ਜ਼ਿੰਦਗੀ ਹੈ? ਜੰਗ ਬਹਾਦਰ ਦੀ ਅਸਲ ਦੇ ਵਿੱਚ ਮੁੱਖ ਮੰਤਰੀ ਨਾਲ ਥੋੜੀ ਮੋਟੀ ਦੂਰ ਦੀ ਕੋਈ ਜਾਣ ਪਛਾਣ ਸੀ। ਮੈਨੂੰ ਇੱਕ ਦਿਨ ਕੋਈ ਕੰਮ ਪੈ ਗਿਆ ਮੁੱਖ ਮੰਤਰੀ ਤੱਕ, ਤੇ ਮੈਂ ਜੰਗ ਬਹਾਦਰ ਨੂੰ ਕਿਹਾ ਕਿ ਯਾਰ ਵੀ ਨਾਲੇ ਮਿਲੇ ਆਉਣੇ ਜਾ ਕੇ, ਨਾਲੇ ਤਾਂ ਉਹ ਡੱਬਾ ਦੇ ਕੇ ਗਿਆ, ਮੈਂ ਦੇਖਾ ਤਾਂ ਸਹੀ ਵੀ ਅਸਲ ਦੇ ਵਿੱਚ ਗੱਲ ਕੀ ਹੈ, ਕਹਾਣੀ ਕੀ ਹੈ। ਨਾਲੇ ਜੰਗ ਬਹਾਦਰ ਨੂੰ ਮਿਲਿਆ ਮੈਂ ਕਿਹਾ ਯਾਰ ਜੰਗ ਬਹਾਦਰ ਕਿਵੇਂ ਆ? ਕਹਿੰਦਾ ਚੜ੍ਹਦੀ ਕਲਾ, ਤੂੰ ਸੁਣਾ ਕੱਦੂ ਆ। ਜਦੋਂ ਉਹਨੇ ਮੈਨੂੰ ਕੱਦੂ ਕਿਹਾ, ਉਹ ਉਸੇ ਹੌਸਲੇ ਦੇ ਵਿੱਚ ਬੋਲਿਆ। ਮੈਂ ਕਿਹਾ ਯਾਰ ਤੇਰੀ ਮੁੱਖ ਮੰਤਰੀ ਨਾਲ ਜਾਣ ਪਛਾਣ, ਤੂੰ ਦੱਸ ਕਹਿੰਦਾ ਕਿੱਧਰ ਚੱਲੀਏ? ਮੈਂ ਕਿਹਾ ਪਰਸੋਂ ਨੂੰ ਚੱਲੀ, ਆ ਜੀ ਪਰਸੋਂ ਨੂੰ। ਜੀਪ 'ਚ ਬੈਠ ਕੇ ਅਸੀਂ 2 ਹੀ ਅਸੀਂ, ਇੱਕ ਬੰਦਾ ਮੂਹਰੇ ਹੋਰ, ਡਰਾਈਵਰ ਜੀਪ ਚਲਾਵੇ। ਅਸੀਂ ਚਲੇ ਕੇ ਕਹਿੰਦਾ ਤੇਰਾ ਕੰਮ ਕਰਾ ਕੇ ਲਿਆਉਣਾ ਮੁੱਖ ਮੰਤਰੀ ਤੋਂ। ਗੱਲ ਕਿਹੜੀ ਹੈ ਤੇਰੀ ਯਾਰ? ਉਹ ਚੜ੍ਹਦੀ ਕਲਾ 'ਚ। ਉਹ ਮੈਂ ਕਿਹਾ ਯਾਰ ਤੇਰੇ 'ਚ ਬਦਲਾਅ ਦੇਖ ਕੇ ਮੈਨੂੰ ਖੁਸ਼ੀ ਬਹੁਤ ਹੋਈ ਹੈ ਵੀ ਮੈਂ ਅਸਲ ਦੇ ਵਿੱਚ ਤਾਂ ਕੰਮ ਮੈਨੂੰ ਐਸੇ ਸੀ, ਪਰ ਮੈਂ ਤਾਂ ਤੈਨੂੰ ਦੇਖਣ ਆਇਆ ਸੀ ਕਿ ਤੇਰੇ 'ਚ ਬਦਲਾਅ ਕਿਵੇਂ ਹੋਇਆ, ਗੱਲ ਕੀ ਹੈ? ਕਹਿੰਦਾ ਵੀ ਅਮਰੀਕਾ ਵਾਲਾ ਪ੍ਰਾਹੁਣਾ ਮੰਤਰ ਮਾਰ ਗਿਆ। 2 ਮਹੀਨੇ ਹੋਏ, ਭੈਣ ਆਈ ਸੀਗੀ, ਦੋਵੇਂ। ਪਹਿਲੇ ਤਾਂ ਉਹ ਬਿੱਲੂ ਦੇ ਭੋਗ ਵੇਲੇ ਆ ਨਹੀਂ ਸੀ ਸਕੇ। ਫਿਰ ਉਹ ਪਹਿਲੇ ਦਿਨ ਤਾਂ ਬਿੱਲੂ ਦੀਆਂ ਗੱਲਾਂ, ਕੁੱਕੜ ਦੀਆਂ ਗੱਲਾਂ ਕਰਦੇ ਰਹੇ, ਅਫਸੋਸ ਕਰਦੇ ਰਹੇ। ਦੂਜੇ ਦਿਨ ਫਿਰ ਉਹਨਾਂ ਨੇ ਮੈਨੂੰ ਸਮਝਾਉਣਾ ਸ਼ੁਰੂ ਕੀਤਾ। ਤੀਜੇ ਦਿਨ ਫਿਰ ਮੈਂ ਯਾਰ ਕਾਫੀ ਟਾਈਮ ਤੋਂ ਪੈਗ ਨਹੀਂ ਸੀ ਲਾਇਆ, ਫਿਰ ਮੈਂ ਬੋਤਲ ਲਿਆ ਕੇ ਖੋਲੀ। ਮੇਰਾ ਮਨ ਟਿਕਾਣੇ ਜਿਹੇ ਤੇ ਆ ਗਿਆ। ਐਸਾ ਯਾਰ ਉਹਨੇ ਕਿਹੜਾ ਮੰਤਰ ਮਾਰਤਾ ਯਾਰ? ਉਹਨੇ ਐਸਾ ਮੰਤਰ ਮਾਰਿਆ ਗਿਆਨ ਸਿਆ, ਮੇਰੇ ਦਿਲ ਤੇ ਜਾ ਕੇ ਸਿੱਧਾ ਲੱਗਿਆ। ਉਹ ਕਹਿੰਦਾ ਤੂੰ ਦੇਖ, ਤੇਰੇ ਪੁੱਤ ਤਾਂ ਤੁਰ ਗਏ, ਤੇਰੇ ਤੇ ਜ਼ਿੰਮੇਵਾਰੀ ਆ ਉਹਨਾਂ ਦੇ ਪੁੱਤਾਂ ਦੀ, ਯਾਨੀ ਤੇਰੇ ਪੁੱਤ ਦੇ ਪੁੱਤਾਂ ਦੀ, ਤੇਰੇ ਪੋਤਰਿਆਂ ਦੀ। ਜੇ ਤੂੰ ਆਪਣੀ ਸਿਹਤ ਨਾ ਸੰਭਾਲੀ, ਜੇ ਤੂੰ ਐ ਡੱਪ ਵੱਜਦਾ ਫਿਰੀ ਗਿਆ, ਜੇ ਤੂੰ ਇਹੋ ਜਿਹੀਆਂ ਚੀਜ਼ਾਂ ਤੇ ਰੋਈ ਝੁਰੀ ਗਿਆ, ਉਹਨਾਂ ਦੀ ਜ਼ਿੰਦਗੀ ਖਰਾਬ ਕਰ ਦੇਗਾ ਤੂੰ, ਤਿੰਨਾਂ ਦੀ। ਤੂੰ ਇੱਕ ਨਹੀਂ, ਤੂੰ ਆਪਣੇ 2 ਪੁੱਤ ਪਹਿਲਾਂ ਤੌਰ ਤੇ 3 ਤੂੰ ਪੋਤੇ ਵੀ ਤੋਰੇਗਾ, ਨਾਲ ਤੂੰ ਆਪ ਵੀ ਜਾਏਗਾ। ਯਾਰ ਉਹਦੀ ਗੱਲ ਮੇਰੇ ਦਿਲ ਤੇ ਵੱਜੀ। ਕਹਿੰਦਾ ਇਹਨਾਂ ਜਵਾਕਾਂ ਦਾ ਯਾਰ ਕਸੂਰ ਕੀ ਹੈ? ਤੂੰ ਇਹਨਾਂ ਦੇ ਸਾਹਮਣੇ ਡੱਪ ਵੱਜਦਾ ਫਿਰਦਾ, ਤੂੰ ਰੋਂਦਾ ਰਹਿਣਾ, ਤੂੰ ਝੂਰਦਾ ਰਹਿਣਾ। ਉਹ ਤਾਂ ਚਲੇ ਗਏ, ਜਿਹੜਾ ਕੁਝ ਸੀਗਾ ਪ੍ਰਮਾਤਮਾ ਨੇ ਲਿਖਿਆ ਉਹਨੂੰ ਬਦਲ ਨਹੀਂ ਸਕਦਾ। ਉਹ ਤਾਂ ਗਏ, ਜਿਹੜਾ ਚਲੇ ਗਿਆ ਉਹਦੇ ਲਈ ਕਿਉਂ ਰੋਣਾ? ਜਿਹੜਾ ਕੁਝ ਹੈਗਾ ਉਹ ਤਾਂ ਸੰਭਾਲ ਲੈ, ਉਹ ਤਾਂ ਸੰਭਾਲ ਲੈ। ਬਸ ਜਿਵੇਂ ਡਾਕਟਰ ਸੂਆ ਲਾ ਦਿੰਦਾ ਯਾਰ, ਇਉਂ ਮੇਰੇ ਉਹ ਗੱਲ ਦਿਲ ਤੇ ਲੱਗ ਗਈ। ਚੌਥੇ ਦਿਨੋਂ
ਅਸੀਂ ਕਹਿੰਦਾ ਐਨ ਪੋਤਿਆਂ ਦੇ ਨਾਲ ਮੈਂ ਹੱਸਦਾ ਖੇਡਦਾ, ਉਹਨਾਂ ਦੀਆਂ ਜਿਹੜੀਆਂ ਚੀਜ਼ਾਂ ਸੀ, ਜਿਹੜੇ ਚਾਅ ਸੀ, ਉਹਨਾਂ ਨੂੰ ਮੈਂ ਪੂਰੇ ਕਰਨ ਲੱਗ ਗਿਆ। ਬਸ ਮੈਨੂੰ ਇਉਂ ਲੱਗਿਆ ਜਿਵੇਂ ਮੇਰੀ ਜ਼ਿੰਦਗੀ ਬਦਲ ਗਈ। ਚੱਲ ਇਹ ਤਾਂ ਠੀਕ ਹੋ ਗਿਆ। ਇੱਕ ਹੋਰ ਗੱਲ ਦੱਸਾਂ, ਜੇ ਭੈਣ ਨਾ ਆਉਂਦੀ ਤਾਂ ਯਾਰ ਮੈਂ ਇਸ ਸੰਸਾਰ ਤੇ ਨਾ ਬਚਦਾ। ਕਦੂਆ ਕਿਉਂ ਕਿਵੇਂ? ਜਿਸ ਦਿਨ ਉਹ ਆਏ ਨੇ, ਮੈਂ ਉਸ ਦਿਨ ਜ਼ਹਿਰ ਦੀ ਸ਼ੀਸ਼ੀ ਰੱਖੀ ਬੈਠਾ ਸੀ ਖੁਦਕੁਸ਼ੀ ਕਰਨ ਨੂੰ, ਕਿ ਇਸ ਦੁਨੀਆ ਤੇ ਮੇਰਾ ਜਦੋਂ ਰਿਹਾ ਹੀ ਕੁਛ ਨਹੀਂ, ਮੈਂ ਤਾਂ ਲੁੱਟਿਆ ਪੱਟਿਆ ਤਬਾਹ ਹੋ ਗਿਆ। ਜਿਹਦੇ ਜਵਾਨ ਪੁੱਤ ਤੁਰ ਗਏ, ਉਹਨੇ ਜਿਉਂ ਕੇ ਕਰਨਾ ਕੀ ਆ? ਮੈਂ ਉਦਣ ਹੂੰ ਆਪਣੇ ਆਪ ਨੂੰ ਖਤਮ ਕਰ ਲੈਣਾ ਸੀ। ਉਹਨਾਂ ਨੇ ਆ ਕੇ ਮੇਰੀ ਜਾਨ ਬਚਾਤੀ। ਫਿਰ ਮੈਂ ਪੁੱਛਿਆ, ਹੁਣ ਤਾਂ ਠੀਕ ਹੈ, ਹੁਣ ਤਾਂ ਨਹੀਂ ਕੋਈ ਗੱਲ? ਉਹ ਕਹਿੰਦਾ ਹੁਣ ਕਿਹੜੀ ਗੱਲ ਆ, ਚੜ੍ਹਦੀ ਕਲਾ ਚ, ਚੜ੍ਹਦੀ ਕਲਾ ਚ। ਸੋ ਇਹ ਸੀ ਅੱਜ ਦੀ ਕਹਾਣੀ, ਰਾਮ ਸਰੂਪ ਅਣਖੀ ਉਹਨਾਂ ਦੀ ਚੜ੍ਹਦੀ ਕਲਾ।